ਦੋਸਤੋ ਅਮਰੀਕਾ ਦੇ ਵਿੱਚ ਨਵੇਂ ਔਰ ਪੁਰਾਣੇ ਇਮੀਗ੍ਰੈਂਟਸ ਨੂੰ 5 ਚੀਜ਼ਾਂ ਨੂੰ ਸਮਝਣ ਦੀ ਔਰ ਉਹਨਾਂ ਤੇ ਅਮਲ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਉਹ 5 ਚੀਜ਼ਾਂ ਤੇ ਅਗਰ ਤੁਸੀਂ ਅਮਲ ਨਹੀਂ ਕਰੋਗੇ ਤੁਸੀਂ ਆਪਣਾ ਫਾਈਨੈਂਸ਼ੀਅਲੀ ਨੁਕਸਾਨ ਕਰਾ ਲੋਗੇ, ਪੈਸੇ ਦਾ ਜ਼ਾਇਆ ਕਰੋਗੇ, ਤੁਸੀਂ ਆਪਣੀ ਮੌਜੂਦਾ ਔਰ ਮੁਸਤਕਬਲ ਵਾਲੀ ਲਾਈਫ ਦੇ ਵਿੱਚ ਟੈਨਸ਼ਨਾਂ ਹੀ ਟੈਨਸ਼ਨਾਂ ਲੈ ਆਓਗੇ। ਔਰ ਤੀਸਰੀ ਚੀਜ਼ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏਗਾ। ਇਹ ਸਾਰੀਆਂ 5 ਚੀਜ਼ਾਂ ਕੀ ਨੇ, ਇਹਨਾਂ ਨੂੰ ਕਿਸ ਤਰ੍ਹਾਂ ਤੇ ਅਮਲ ਕਰਨਾ ਹੈ, ਕਿਸ ਤਰ੍ਹਾਂ ਇਹਨਾਂ ਨੂੰ ਸਮਝਣਾ ਹੈ, ਇਹ ਸਾਰੀ ਗੱਲ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਣੀ ਹੈ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਇਹੋ ਜਿਹੀ ਵੀਡੀਓ ਮੈਂ ਤਾਂ ਬਣਾਉਣਾ ਕਿਉਂਕਿ ਅਸੀਂ ਲੋਕ ਨਵੇਂ ਆਏ ਨਾ, ਅਸੀਂ ਲੋਕ ਇਸ ਮੁਲਕ 'ਚ ਆਏ ਹਾਂ, ਅਸੀਂ ਇੱਥੇ ਪੈਦਾ ਨਹੀਂ ਹੋਏ। ਅਸੀਂ ਇਸ ਸਿਸਟਮ ਨੂੰ ਸਮਝ ਕੇ ਅੱਛੇ ਤਰੀਕੇ ਦੇ ਨਾਲ, ਇੱਜ਼ਤਦਾਰ ਤਰੀਕੇ ਦੇ ਨਾਲ ਜ਼ਿੰਦਗੀ ਗੁਜ਼ਾਰਨੀ ਤਾਂ ਕਿ ਸਾਡਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ। ਤੇ ਦੋਸਤੋ ਪਹਿਲੀ ਚੀਜ਼ ਜਿਹੜੀ ਯਾਦ ਰੱਖਣੀ ਹੈ ਹਮੇਸ਼ਾ ਕਿ ਇਸ ਮੁਲਕ ਦੇ ਵਿੱਚ ਕਾਗਜ਼ ਦਾ ਬਹੁਤ ਅਹਿਮੀਅਤ ਹੈ। ਕਾਗਜ਼ ਨੂੰ ਤੁਸੀਂ ਸਭ ਤੋਂ ਅੱਗੇ ਰੱਖਣਾ, ਯਾਨੀ ਕਿ ਕਾਗਜ਼ ਨੂੰ ਸੇਫ ਰੱਖਣਾ। ਹੁਣ ਕਾਗਜ਼ ਦੀ ਸੇਫਟੀ ਕੀ ਹੋ ਮੈਂ ਤੁਹਾਨੂੰ ਦੱਸ ਦੇਣਾ। ਤੁਸੀਂ ਕਿਸੇ ਵੀ ਵੀਜ਼ੇ ਤੇ ਅਮਰੀਕਾ ਆਏ ਹੋ, ਗ੍ਰੀਨ ਕਾਰਡ ਲੈ ਕੇ ਆਏ ਹੋ, ਵਿਜ਼ਿਟ ਵੀਜ਼ੇ ਤੇ ਆਏ ਹੋ, ਜਿਸ ਤਰ੍ਹਾਂ ਵੀ ਆਏ ਹੋ, ਤੁਹਾਡੇ ਕੋਲੋਂ ਪਹਿਲੀ ਜਿਹੜੀ ਤੁਹਾਡੀ ਪਟੀਸ਼ਨ ਜਮ੍ਹਾਂ ਹੋਈ, ਪਹਿਲਾ ਜਿਹੜਾ ਤੁਸੀਂ ਫਾਰਮ ਜਮ੍ਹਾਂ ਕੀਤਾ, ਉੱਥੋਂ ਲੈ ਕੇ ਸਾਰੀ ਜ਼ਿੰਦਗੀ ਜੋ ਇਮੀਗ੍ਰੇਸ਼ਨ 'ਚ ਹੋਇਆ ਤੁਹਾਡੇ ਕੋਲ ਪੂਰੀ ਜ਼ਿੰਦਗੀ ਸੇਫ ਰਹਿਣਾ ਚਾਹੀਦਾ। ਪੂਰੀ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ, ਉਹਦੀ ਵਜ੍ਹਾ ਸੁਣੋ। ਤੁਸੀਂ ਆਪ ਆ ਗਏ, ਗ੍ਰੀਨ ਕਾਰਡ ਤੇ ਆ ਗਏ, ਫਿਰ ਤੁਸੀਂ ਆਪਣੀ ਬੀਵੀ ਬੱਚਿਆਂ ਨੂੰ ਬੁਲਾਇਆ, ਉਹਨਾਂ ਦੇ ਡਾਕੂਮੈਂਟਸ ਬਣੇ, ਮਾਂ ਪਿਓ ਨੂੰ ਬੁਲਾਇਆ, ਉਹਨਾਂ ਦੇ ਡਾਕੂਮੈਂਟਸ ਬਣੇ, ਤੁਸੀਂ ਫਿਰ ਸਾਰੇ ਸਿਟੀਜ਼ਨ ਹੋਏ, ਉਹ ਡਾਕੂਮੈਂਟਸ ਬਣੇ, ਯਾਨੀ ਕਿ ਹੁਣ ਬੇਤਾਸ਼ਾ ਡਾਕੂਮੈਂਟਸ ਇਕੱਠੇ ਹੋ ਗਏ ਨੇ। ਇਹ ਸਾਰੀਆਂ ਫਾਈਲਾਂ ਅਲੱਗ-ਅਲੱਗ ਹੋਣੀਆਂ ਚਾਹੀਦੀਆਂ ਨੇ। ਅੱਛਾ, ਹੁਣ ਤੁਸੀਂ ਕਹਿੰਦੇ ਯਾਰ ਸਾਡਾ ਕੰਮ ਖਤਮ ਹੋ ਗਿਆ, ਸਾਰੀ ਪੂਰੀ ਫੈਮਿਲੀ ਅਸੀਂ ਸਿਟੀਜ਼ਨ ਬਣ ਗਿਆ, ਲੇਕਿਨ ਇੱਕ ਤਾਂ ਇਹ ਮਾਣਾ ਹੈ ਕਿ ਤੁਸੀਂ ਜਨਾਬ ਆਪਣੇ ਬੱਚਿਆਂ ਦੀ ਸ਼ਾਦੀ ਕਰਨੀ ਹੈ, ਅਗਰ ਆਪਣੇ ਮੁਲਕ 'ਚ ਕਰਨੀ ਪੈ ਗਈ ਔਰ ਉੱਥੋਂ ਤੁਸੀਂ ਕਿਸੇ ਨੂੰ ਲੈ ਕੇ ਆਉਣਾ ਹੈ ਤੇ ਫਿਰ ਤੁਹਾਨੂੰ ਆਪਣੇ ਬੱਚਿਆਂ ਦੀ ਥਰੂ ਇਮੀਗ੍ਰੇਸ਼ਨ ਕਰਵਾਉਣੀ। ਅਗਰ ਤੁਹਾਡੇ ਕੋਲ ਡਾਕੂਮੈਂਟ ਸੇਫ ਨਹੀਂ ਹੋਣਗੇ, ਤੁਸੀਂ ਨਵੇਂ ਫਾਰਮ ਫਿਲ ਕਰੋਗੇ, ਨਵੇਂ ਡਾਕੂਮੈਂਟਸ ਲਾਓਗੇ, ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਤੁਸੀਂ 20 ਸਾਲ ਪਹਿਲੇ ਕੀ ਲਿਖਿਆ ਸੀ, 15 ਸਾਲ ਪਹਿਲੇ ਕੀ ਲਿਖਿਆ ਸੀ। ਇਹ ਚੀਜ਼ਾਂ ਤੁਹਾਡੇ ਰਿਕਾਰਡ 'ਚ ਹੋਣਗੀਆਂ। ਤੁਸੀਂ ਕੀ ਅਗਰ ਉੱਥੋਂ ਚੁੱਕੋਗੇ ਉਹਨੂੰ ਕਾਪੀ ਕਰ ਲੋਗੇ, ਅਗਰ ਤਾਂ ਨਹੀਂ ਹੋਣਗੀਆਂ ਗਲਤ ਲਿਖ ਦੋਗੇ, ਉਹਨਾਂ ਕੋਲ ਤਾਂ ਸਾਰਾ ਰਿਕਾਰਡ ਪਿਆ ਹੈ। ਉਹਨਾਂ ਨੇ ਜਦੋਂ ਉਹਨੂੰ ਆਪਣਾ ਚੈੱਕ ਕਰਨਾ, ਉਹਨਾਂ ਕਹਿਣਾ ਪਹਿਲੇ ਤਾਂ ਤੂੰ ਕੁਝ ਹੋਰ ਕਹਿ ਰਿਹਾ ਸੀ, ਹੁਣ ਤੂੰ ਕੁਝ ਹੋਰ ਕਹਿ ਰਹੇ। ਉੱਥੇ ਤੁਹਾਡੇ ਵਾਸਤੇ ਮਸਲੇ ਬਣਨੇ ਸ਼ੁਰੂ ਹੋ ਜਾਣਗੇ। ਇਹ ਤੇ ਵੀ ਇਮੀਗ੍ਰੇਸ਼ਨ ਤੋਂ ਮੁਤਲਕਾ। ਉਸ ਤੋਂ ਇਲਾਵਾ ਜਦੋਂ ਤੁਸੀਂ ਇਸ ਮੁਲਕ 'ਚ ਹੋ, ਤੁਹਾਡੇ ਨਾਲ ਮੁਖਤਲਿਫ ਕੰਮ ਨੇ। ਤੁਹਾਡੇ ਘਰ ਦੇ ਕਾਗਜ਼ ਨੇ, ਤੁਹਾਡੇ ਇੰਸ਼ੋਰੈਂਸ ਦੇ ਕਾਗਜ਼ ਨੇ, ਗੱਡੀਆਂ ਦੇ ਕਾਗਜ਼ ਨੇ। ਮੈਂ ਕੀ ਕੀਤਾ, ਮੈਂ ਸਭ ਦੀਆਂ ਲਹਿਦਾ ਫਾਈਲਾਂ ਬਣਾਤੀਆਂ। ਆਪਣੀ ਫਾਈਲ ਲਹਿਦਾ, ਬੀਵੀ ਦੀ ਫਾਈਲ ਲਹਿਦਾ, ਬੱਚਿਆਂ ਦੀ ਲਹਿਦਾ, ਮਾਂ ਪਿਓ ਦੀ ਲਹਿਦਾ, ਘਰ ਦੀ ਲਹਿਦਾ, ਗੱਡੀਆਂ ਦੀ ਲਹਿਦਾ, ਹਰ ਚੀਜ਼ ਦੀ ਲਹਿਦਾ, ਇੰਸ਼ੋਰੈਂਸ ਦੀ ਲਹਿਦਾ। ਇੰਪੋਰਟੈਂਟ ਡਾਕੂਮੈਂਟਸ ਤੁਹਾਡੇ ਕੀ ਹੁੰਦੇ ਨੇ, ਤੁਹਾਡਾ ਸਿਟੀਜ਼ਨਸ਼ਿਪ ਦਾ ਜਿਹੜਾ ਤੁਹਾਨੂੰ ਉਹ ਮਿਲਿਆ ਸਰਟੀਫਿਕੇਟ, ਉਹ ਤੁਹਾਡੇ ਮੈਰਿਜ ਸਰਟੀਫਿਕੇਟ, ਇਸ ਤਰ੍ਹਾਂ ਦੀਆਂ ਚੀਜ਼ਾਂ, ਉਹਨਾਂ ਦੀ ਲਹਿਦਾ ਫਾਈਲ ਹੋਵੇ। ਹਰ ਚੀਜ਼ ਦੀ ਲਹਿਦਾ ਫਾਈਲ ਹੋਏ ਤਾਂ ਕਿ ਤੁਹਾਨੂੰ ਸਮਝਣਾ ਲੱਭਣਾ ਆਸਾਨ ਹੋਵੇ। ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਬੱਚੇ ਸਭ ਪੈਦਾ ਹੁੰਦੇ ਨੇ, ਬੱਚਿਆਂ ਦੀ ਪੈਦਾਇਸ਼ ਤੋਂ ਲੈ ਕੇ ਸਕੂਲਿੰਗ ਹਰ ਚੀਜ਼ ਦੀ ਫਾਈਲ ਤੁਹਾਡੀ ਹੋਣੀ ਚਾਹੀਦੀ ਤਾਂ ਕਿ ਉੱਥੋਂ ਤੁਸੀਂ ਕਾਗਜ਼ ਕੱਢੋ, ਆਪਣੇ ਮਾਮਲਾਤ ਕਰ ਲਓ। ਅਗਰ ਤੁਸੀਂ ਇੱਥੇ ਅਮਲ ਨਾ ਕੀਤਾ, ਕਾਗਜ਼ ਨੂੰ ਅਹਿਮੀਅਤ ਨਾ ਦਿੱਤੀ ਇਸ ਮੁਲਕ 'ਚ, ਤੇ ਫਿਰ ਤੁਸੀਂ ਬਹੁਤ ਨੁਕਸਾਨ ਉਠਾਓਗੇ, ਜਿੱਦਾਂ ਤੁਹਾਨੂੰ ਮੌਕੇ ਦੇ ਉੱਤੇ ਪਤਾ ਲੱਗੇਗਾ ਕਿ ਯਾਰ ਬੋਬੀ ਠੀਕ ਕਹਿੰਦਾ ਸੀ। ਨੰਬਰ 2 ਗੱਲ ਯਾਦ ਰੱਖੋ, ਇਸ ਮੁਲਕ ਦੇ ਵਿੱਚ ਜਦੋਂ ਕੋਈ ਤੁਹਾਨੂੰ ਸਰਕਾਰੀ ਲੈਟਰ ਆਉਂਦਾ ਹੈ, ਸਰਕਾਰੀ ਕਾਗਜ਼ ਤੁਹਾਡੇ ਘਰ ਆਉਂਦਾ ਹੈ, ਉਹਨੂੰ ਬਹੁਤ ਅਹਿਮੀਅਤ ਦੇਣੀ ਹੈ। ਉਹਨੂੰ ਇਗਨੋਰ ਨਹੀਂ ਕਰਨਾ ਕਿ ਯਾਰ ਚੱਲ ਆ ਗਿਆ ਤਾਂ ਹੁਣ ਕੀ ਕਰੀਏ। ਨਾ ਨਾ ਨਾ, ਇੱਥੇ ਇਸ ਤਰ੍ਹਾਂ ਨਹੀਂ ਚੱਲਦਾ। ਕਾਗਜ਼ ਇੱਥੇ ਸਰਕਾਰੀ ਬਹੁਤ ਘੱਟ ਆਉਂਦੇ ਨੇ, ਇੱਥੇ ਜ਼ਿਆਦਾ ਪ੍ਰਾਈਵੇਟ, ਕਿਉਂਕਿ ਸਾਰਾ ਕੁਝ ਪ੍ਰਾਈਵੇਟ ਹੀ ਜ਼ਿਆਦਾ ਆਉਂਦੇ ਨੇ। ਲੇਕਿਨ ਸਰਕਾਰੀ ਲੈਟਰ, ਅਦਾਲਤ 'ਚੋਂ ਲੈਟਰ ਆ ਗਿਆ, ਤੁਹਾਨੂੰ ਇਮੀਗ੍ਰੇਸ਼ਨ ਤੋਂ ਲੈਟਰ ਆ ਗਿਆ, ਅਗਰ ਤੁਸੀਂ ਸਿਟੀਜ਼ਨ ਹੋ ਤਾਂ ਜਿਊਰੀ ਤੋਂ ਲੈਟਰ ਆ ਗਿਆ, ਤੁਹਾਨੂੰ ਆਪਣਾ ਵੈਲਫੇਅਰ ਲੈਂਦੇ ਉੱਥੋਂ ਲੈਟਰ ਆ ਗਿਆ, ਤੁਹਾਨੂੰ ਸੋਸ਼ਲ ਸਿਕਿਉਰਿਟੀ ਤੋਂ ਲੈਟਰ ਆ ਗਿਆ। ਇਹਨਾਂ ਨੂੰ ਬਹੁਤ ਅਹਿਮੀਅਤ ਦੇਣੀ ਹੈ ਕਿਉਂਕਿ ਇਹਨਾਂ ਦੇ ਉੱਤੇ ਤੁਹਾਡੀ ਗ੍ਰਿਫਤਾਰੀ ਹੋ ਸਕਦੀ, ਤੁਹਾਡੇ ਤੇ ਕੇਸ ਹੋ ਸਕਦਾ ਹੈ। ਪ੍ਰਾਈਵੇਟ ਲੈਟਰਾਂ ਦੇ ਉੱਤੇ ਤੁਹਾਨੂੰ ਸਿਰਫ ਸੂ ਹੀ ਕੀਤਾ ਜਾ ਸਕਦਾ ਨਾ, ਇਹਦੇ ਤੇ ਤੁਹਾਡੇ ਤੇ ਕੇਸ ਬਣ ਸਕਦੇ ਨੇ ਵੀ ਤੁਸੀਂ ਇਹਨੂੰ ਇਗਨੋਰ ਕਰਤਾ। ਕੋਈ ਐਸੀ ਚੀਜ਼ ਹੁੰਦੀ ਜਿਹਦਾ ਤੁਸੀਂ ਫੌਰੀ ਤੌਰ ਤੇ ਜਵਾਬ ਦੇਣਾ ਹੈ, ਤੇ ਸਰਕਾਰੀ ਲੈਟਰ ਨੂੰ ਕਦੀ ਇਗਨੋਰ ਨਹੀਂ ਕਰਨਾ। ਤੀਸਰੀ ਚੀਜ਼ ਹੈ ਅਪੁਆਇੰਟਮੈਂਟ ਦੀ ਰਿਸਪੈਕਟ ਕਰਨੀ, ਅਪੁਆਇੰਟਮੈਂਟ ਦੀ ਇੱਜ਼ਤ ਕਰਨੀ। ਅਪੁਆਇੰਟਮੈਂਟ ਦੀ ਇੱਜ਼ਤ ਕੀ ਹੈ ਕਿ ਤੁਹਾਡੀ ਡਾਕਟਰ ਦੀ ਅਪੁਆਇੰਟਮੈਂਟ ਹੈ, ਤੁਹਾਡੀ ਇਮੀਗ੍ਰੇਸ਼ਨ ਦੀ ਅਪੁਆਇੰਟਮੈਂਟ ਹੈ, ਤੁਹਾਡੀ ਸਰਕਾਰੀ ਦਫ਼ਤਰ ਦੀ ਅਪੁਆਇੰਟਮੈਂਟ ਹੈ, ਤੁਹਾਡਾ ਇੰਟਰਵਿਊ ਹੈ। ਇਹ ਚੀਜ਼ਾਂ ਨੂੰ ਇੱਥੇ ਬਹੁਤ ਅਹਿਮੀਅਤ ਦਿੱਤੀ ਜਾਂਦੀ ਕਿ ਟਾਈਮ ਦੇ ਉੱਤੇ ਆਣਾ, ਉਸ ਅਪੁਆਇੰਟਮੈਂਟ ਤੇ ਜਾਣਾ। ਅਗਰ ਤੁਸੀਂ ਨਹੀਂ ਜਾ ਸਕਦੇ ਉਹਨੂੰ ਪਹਿਲੇ ਕੈਂਸਲ ਕਰ ਦਿਓ, ਪੋਸਟਪੋਨ ਕਰ ਦਿਓ, ਨਵੀਂ ਲੈ ਲਓ। ਲੇਕਿਨ ਨਾ ਲੇਟ ਜਾਓ, ਨਾ ਚੁੱਪ ਕਰਕੇ ਬੈਠੇ ਰਹੋ ਯਾਰ ਹੋ ਗਈ ਤਾਂ ਮੈਂ ਕੀ ਕਰਾਂ। ਨੋ, ਇਹਨੂੰ ਇੱਥੇ ਬੜਾ ਡਿਸਰਿਸਪੈਕਟਫੁਲ ਸਮਝ ਜਾਂਦਾ। 10-15 ਮਿੰਟ ਤੁਸੀਂ ਲੇਟ ਜਾਓਗੇ, ਉਹ ਤੁਹਾਨੂੰ ਵਾਪਸ ਵੀ ਭੇਜ ਦੇਣਗੇ। ਤੁਹਾਡੇ ਭਰਾ ਨੂੰ ਵੀ ਵਾਪਸ ਭੇਜਿਆ ਸ਼ੁਰੂ 'ਚ, ਸਾਨੂੰ ਕੀ ਪਤਾ ਸੀ, ਅਸੀਂ ਵੀ ਹਾਂਜੀ ਬਾਹਰ ਯਾਰ ਚਲੇ ਜਾਵਾਂਗੇ, ਕੋਈ ਗੱਲ ਨਹੀਂ, ਡਾਕਟਰ ਨੂੰ ਜਾਣਾ, ਪੈਸੇ ਦੇਣੇ ਨੇ। ਉਹਨਾਂ ਕਿਹਾ ਜਾਓ ਘਰ। ਇਸ ਵਾਸਤੇ ਤੁਸੀਂ ਇਹਦੇ 'ਚ ਸ਼ਰਮਿੰਦਗੀ ਵੀ ਹੁੰਦੀ ਹੈ, ਨੁਕਸਾਨ ਵੀ ਹੁੰਦਾ, ਟਾਈਮ ਦਾ ਵੀ ਨੁਕਸਾਨ ਹੁੰਦਾ ਹੈ। ਤੁਸੀਂ ਛੁੱਟੀ ਕਰਕੇ ਜਾਂਦੇ ਹੋ ਤੇ ਟਾਈਮ ਦੀ ਬਹੁਤ, ਕਿਉਂਕਿ ਇਹਦੇ 'ਚ ਤੁਹਾਡੀ ਇੱਜ਼ਤ ਵਧਣੀ। ਜੇ ਮੈਂ ਤੁਹਾਨੂੰ ਦੱਸਦਾ, ਟਾਈਮ ਇੱਥੇ ਬਹੁਤ ਇੰਪੋਰਟੈਂਟ ਹੈ। ਅਸੀਂ ਟੈਕਸੀ ਚਲਾਉਂਦੇ ਸਨ, ਅਗਰ ਅਸੀਂ 5-10 ਮਿੰਟ ਪਹਿਲੇ ਨਹੀਂ ਸੀ ਪਹੁੰਚਦੇ ਨਾ, ਤੇ ਕਸਟਮਰ ਨੂੰ ਇੱਕ ਮਸਲਾ ਕਿ ਟੈਨਸ਼ਨ ਸ਼ੁਰੂ ਹੋ ਜਾਂਦੀ ਸੀ ਕਿ ਯਾਰ ਕਿਉਂਕਿ ਇੱਕ ਅਸੂਲ ਹੈ ਕਿ ਯਾਰ ਟੈਕਸੀ ਨੇ 5-10 ਮਿੰਟ ਪਹਿਲੇ ਪਹੁੰਚਣਾ ਹੈ। ਇਸ ਨਾਲ ਹਰ ਚੀਜ਼ ਦਾ ਇੱਕ ਇੱਥੇ ਸਿਸਟਮ ਸੈੱਟ ਹੈ, ਉਸ ਹਿਸਾਬ ਨਾਲ ਆਪਣੇ ਆਪ ਨੂੰ ਤੁਸੀਂ ਅਡਾਪਟ ਕਰਨਾ। ਟਾਈਮ ਦੀ ਅਹਿਮੀਅਤ ਬਹੁਤ ਜ਼ਿਆਦਾ ਰੱਖਣੀ ਹੈ, ਅਪੁਆਇੰਟਮੈਂਟ ਦੀ ਇੱਜ਼ਤ ਕਰਨੀ ਜੇ। ਚੌਥੀ ਚੀਜ਼ ਜਿਹੜੀ ਗੋਰੇ ਨੇ ਬੜੀ ਅੱਛੀ ਬਣਾਈ ਹੈ, ਜਿਹਨੂੰ ਮੈਂ ਬਹੁਤ ਪਸੰਦ ਕਰਨਾ। ਗੋਰਾ ਕਹਿੰਦਾ ਜੋ ਮਰਜ਼ੀ ਤੇਰੇ ਹਾਲਾਤ ਹੋਣ, ਤੂੰ 6 ਮਹੀਨੇ ਦਾ
अपना एमरजेंसी फंड रख, यानी कि सानू अगर कोई मसला आ जाता है, कोई एमरजेंसी आ जाती, नौकरी चली जाती, एक्सीडेंट हो जाता, सर्जरी आ जाती, कोई प्रॉब्लम हो जाती, साडे बैंक साडे घर च 6 महीने का खर्चा पिया होना चाहिए, जिस बैंक के जिस अपना तुहाडे गड्डियां दी पेमेंटां, इंश्योरेंस, खाण पीण दे पैसे, तुहाडी घर दी मोरगेज या किराया, जो बड़ा ही अच्छा सूल है। कोई 6 महीने का मतलब है अद्धा साल, अद्धे साल च अगर तुसी बीमार हो, ठीक होने चांसेस ज्यादा ने, अगर तुसी कोई इंजरी हो गई है, कोई ऐसा मसला बन गया, वो भी रिकवर होने चांस ने, नौकरी चली गई है लभण के चांस ने, कारोबार खत्म हो गया या नवा शुरू किया है वो रन होने के चांस ने। 6 महीने एक बड़ा अच्छा टाइम है, बड़ा अच्छा सूल है। अपनी जिंदगी का एक हमेशा सूल बनाओ कि 6 महीने के पैसे तुहाडे कोल होने चाहिए ने, ताकि तुसी जिहड़ा ना तुहानू ज़हनी तौर पर टेंशन फ्री रहो कि यार कुछ भी हो जाए 6 महीने मैं सेफ होगा। ਇਹ ਮੈਨੂੰ बड़ी चीज़ अच्छी लगती गोरे की। तो नंबर 5ਵੀਂ और आखिरी चीज़ जिहड़ी हैगी है वो भी बहुत ही इंपोर्टेंट है। वो चीज़ सानू की कहती है, वो चीज़ सानू कहती है कि इत्थे साडा सिस्टम जिहड़ा है जॉब करन दा उहनूं असीं समझना है। वो की है कि जनाब इत्थे तुहाडे राइट्स ने, देखो साडे मुल्कां 'च भी साडे राइट्स होंदे ने, लेकिन कोई मनदा नहीं। असीं सेठ कोल नौकरी कर रहे हैं, कंपनी 'च नौकरी कर रहे हैं, उत्थे सेठ कोल नौकरी करो तो गाली गलोच भी चल जाता है, अब्यूज़ भी सिस्टम होंदा है। अब्यूज़ तो मुराद 5 वजे छुट्टी होनी, तुहानूं 7 वजे छड्ड रहा है, कोई मसला, सब कुछ चलता है। इत्थे नहीं चलता। इत्थे 5 वजे का मतलब 5 वजे, 5 वजे तो बाद ओवर टाइम है, तो 9 तो लैके 5 वजे तक तुसीं जॉब कर रहे तो मतलब 8 घंटे काम है, बैठना नहीं, गप्पा नहीं मारनियां, लेट नहीं आना, तुसीं अपना पूरा 100% देना है। उस तो बाद तुहाडे राइट्स शुरू हो जाने ने। तुहाडे नाल कोई अब्यूज़ करे, तुहाडे नाल कोई बद कलामी करे, गलत जबान बोले, तुहानूं बगैर किसी वजह तो कोई फायर कर देवे, यानी कि नौकरी तो कट देवे, ਇਹ ਸਾਰੇ ਤੇ ਤੁਹਾਡੇ ਰਾਈਟਸ ਨੇ। ਤੁਸੀਂ ਅਦਾਲਤ ਜਾ ਸਕਦੇ ਹੋ, ਮੁਤਲਕਾ ਮਹਿਕਮੇ ਜਾ ਸਕਦੇ ਹੋ। ਇੱਥੇ ਕੋਈ ਤੁਹਾਡਾ ਫਿਜ਼ੀਕਲ ਹੋ ਜਾਏ, ਕੋਈ ਤੁਹਾਨੂੰ ਤੁਹਾਡੀ ਨਸਲ ਤੇ, ਤੁਹਾਡੇ ਰੰਗ ਤੇ, ਨਸਲ ਤੋਂ ਮੁਰਾਦ ਹੈ ਕਿ ਤੁਹਾਡੀ ਨੈਸ਼ਨੈਲਿਟੀ ਤੇ ਜਾਂ ਤੁਹਾਡੇ ਰੰਗ ਦੀ ਵਜ੍ਹਾ ਨਾਲ ਜਾਂ ਤੁਹਾਡੇ ਕਿਸੇ ਹੋਰ ਚੀਜ਼ ਦੀ ਵਜ੍ਹਾ ਨਾਲ ਤੁਹਾਨੂੰ ਇਸ ਤਰ੍ਹਾਂ ਦਾ ਨਿਸ਼ਾਨਾ ਬਣਾਉਂਦਾ ਹੈ ਕਿ ਵੀ ਤੂੰ ਹੋਰ ਹੈ ਜਾਂ ਇਸ ਤਰ੍ਹਾਂ ਕੋਈ ਇਹੋ ਜਿਹੀ ਲਫ਼ਜ਼ ਬੋਲਦਾ, ਕੋਈ ਇਹੋ ਜਿਹੀ ਗੱਲ ਕਰਦਾ, ਤੁਹਾਨੂੰ ਅਹਿਮੀਅਤ ਨਹੀਂ ਦਿੰਦਾ ਤੁਹਾਡੇ ਕੰਮ ਤੇ, ਇਸ ਵਜ੍ਹਾ ਦੇ ਨਾਲ ਤੁਸੀਂ ਉਹਨੂੰ ਫੌਰੀ ਤੌਰ ਤੇ ਰਿਪੋਰਟ ਕਰ ਸਕਦੇ ਹੋ। ਇੱਥੇ ਤੁਹਾਨੂੰ ਪੂਰੇ ਰਾਈਟਸ ਨੇ ਔਰ ਤੁਹਾਨੂੰ ਉਹਦਾ ਪੂਰਾ ਹੱਕ ਮਿਲੇਗਾ। ਸ਼ਰਤ ਹੈ ਕਿ ਤੁਸੀਂ ਰਾਈਟ ਤੇ ਹੋ। ਇਹ ਨਹੀਂ ਕਿ ਤੁਸੀਂ ਕੰਮ ਹੀ ਨਾ ਕਰਦੇ ਹੋ, ਤੁਹਾਨੂੰ ਕੋਈ ਫਾਇਰ ਕਰਦੇ ਜਾਂ ਤੁਹਾਨੂੰ ਕੋਈ ਗੱਲ ਕਰਦੇ ਤੇ ਫਿਰ ਨਹੀਂ। ਅਗਰ ਤੁਹਾਨੂੰ ਨੋਟਿਸ ਮਿਲ ਰਿਹਾ, ਉਸ ਨੋਟਿਸ ਦਾ ਜਵਾਬ ਦਿਓ। ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿਹੜੀ ਸਾਡੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਔਰ ਅਸੀਂ ਸਿਸਟਮ ਨੂੰ ਸਮਝਦੇ ਨਹੀਂ ਔਰ ਅਬਿਊਜ਼ ਹੁੰਦੇ ਰਹਿੰਦੇ ਆ, ਆਪਣਾ ਨੁਕਸਾਨ ਉਠਾਉਂਦੇ ਰਹਿੰਦੇ ਆ। ਤੁਸੀਂ ਕਹਿੰਦੇ ਨਹੀਂ ਯਾਰ ਮੈਂ ਕੈਸ਼ ਨਹੀਂ ਲੈਣਾ, ਤੁਹਾਨੂੰ ਕੋਈ ਇੰਪਲੋਇਰ ਕਹਿੰਦਾ ਯਾਰ ਮੈਂ ਤਾਂ ਤੈਨੂੰ ਕੈਸ਼ ਦੇਣਾ, ਉਹਨੂੰ ਕਹੋ ਨੋ। ਅਗਰ ਤੁਸੀਂ ਕੈਸ਼ ਨਹੀਂ ਲੈਣਾ ਚਾਹਦੇ, ਕਿਉਂਕਿ ਕੈਸ਼ ਇੱਥੇ ਤੱਕ ਚੈੱਕ ਸਿਸਟਮ ਚੱਲਦਾ, ਜਾਂ ਤੁਹਾਡੇ ਅਕਾਊਂਟ 'ਚ ਪੈਸੇ ਆਉਂਦੇ ਨੇ ਜਾਂ ਤੁਹਾਡਾ ਕਾਰਡ ਬਣਿਆ ਹੁੰਦਾ, ਤੁਸੀਂ ਉੱਤੇ ਰਹੋ। ਇਹ ਨਹੀਂ ਕਿ ਤੁਸੀਂ ਤੁਹਾਨੂੰ ਕੋਈ ਕਹੇ ਜੀ ਇੱਥੇ ਤਾਂ ਕੈਸ਼ ਹੀ ਮਿਲਣਾ ਤੇ ਤੁਸੀਂ ਕਹੋ ਠੀਕ ਹੈ ਜੀ ਕੈਸ਼ ਦਿਓ। ਇਹਦੇ ਨਾਲ ਤੁਹਾਡਾ ਆਪਣਾ ਨਿਜ਼ਾਮ ਖਰਾਬ ਹੋ ਰਿਹਾ, ਤੁਹਾਡਾ ਕ੍ਰੈਡਿਟ ਨਹੀਂ ਬਣ ਰਿਹਾ, ਤੁਹਾਡਾ ਟੈਕਸ ਦਾ ਨਿਜ਼ਾਮ ਖਰਾਬ ਹੋ ਰਿਹਾ, ਬਹੁਤ ਸਾਰੇ ਤੁਹਾਡੇ ਮਾਮਲਾਤ ਖੜੇ ਹੋ ਜਾਂਦੇ ਨੇ। ਇਹ ਚੀਜ਼ਾਂ ਨੂੰ ਸਮਝਣਾ, ਇਹ ਨਹੀਂ ਕਿ ਯਾਰ ਉਹ ਕਰ ਰਿਹਾ ਤੇ ਮੈਂ ਵੀ ਕਰਨਾ ਸ਼ੁਰੂ ਕਰਦਾ। ਇਹੋ ਜਿਹੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੁੰਦਾ ਕਿ ਅਸੀਂ ਇਹ ਨਵੇਂ ਮੁਲਕ 'ਚ ਆਏ ਹਾਂ, ਨਵੇਂ ਸਿਸਟਮ ਨੂੰ ਸਮਝੀਏ। ਭਾਵੇਂ ਸਾਨੂੰ 20 ਸਾਲ ਹੋ ਗਏ ਨੇ, ਅਸੀਂ ਇੱਥੇ ਤਵੱਜੋ ਹੀ ਨਹੀਂ ਦਿੰਦੇ ਕਈ ਚੀਜ਼ਾਂ ਨੂੰ। ਮੈਨੂੰ 22 ਸਾਲ ਹੋ ਗਏ ਨੇ, 22 ਸਾਲਾਂ 'ਚ ਮੈਨੂੰ ਕਈ ਚੀਜ਼ਾਂ ਮੈਂ ਹਰ ਰੋਜ਼ ਨਵੀਆਂ ਸਿੱਖਣਾ। ਯਾਰ ਇਹ ਵੀ ਹੈ, ਇਸ ਤਰ੍ਹਾਂ ਵੀ ਹੁੰਦਾ, ਇਸ ਤਰ੍ਹਾਂ ਵੀ ਹੁੰਦਾ। ਜ਼ਾਹਿਰ ਅਸੀਂ ਇੱਥੇ ਪੈਦਾ ਨਹੀਂ ਹੋਏ, और साढ़े चो 80% तो इतने स्कूल भी नहीं गए, तो इस वास्ते ज्यादा मसला होता है। इहो जी वीडियो मैं थोड़ी थोड़ी बनाना वा ताकि सारिया चीज़ां इक्को बारी ना दस देवां, फिर तुहानूं याद भी नहीं रहनी ते अहमियत भी नहीं रहनी। चैनल नूं प्लीज़ सबसक्राइब कर लेना।